ਵੀ ਬਹੁਤ ਪ੍ਰੋਟੈਸਟ ਕੀਤੇ ਸੀਗੇ ਬੀਜੇਪੀ ਦੇ ਖਿਲਾਫ, ਭਾਜਪਾ ਦੇ ਖਿਲਾਫ। ਤੁਸੀਂ ਵੀ ਬਹੁਤ ਅੱਗੇ ਆਏ ਸੀਗੇ। ਕਾਂਗਰਸ ਦੀ ਇੱਕ ਸਾਜ਼ਿਸ਼ ਸੀਗੀ। ਅਕਾਲੀ ਦਲ ਚ ਸੀ ਤੁਸੀਂ? ਮਾਈਂਡ ਵਾਇਸ਼ ਹੋ ਗਿਆ ਸੀਗਾ। ਸਤਾਪ ਕਹਿੰਦੇ ਆ ਸਾਨੂੰ ਚਾਹੀਦਾ ਸੀਗਾ ਅਸੀਂ ਬੈਠਦੇ, ਸਾਡੀ ਕਮਜ਼ੋਰੀ ਰਹੀ ਹੈ। ਅਸੀਂ ਤਾਂ ਭਾਗੀਦਾਰ ਰਹੇ ਉਹਨਾਂ ਦੇ ਨਾਲ, ਸਾਡੀ ਕਮਜ਼ੋਰੀ ਰਹੀ। ਅਸੀਂ ਜਾ ਕੇ ਬੈਠ ਕੇ ਉਹਨਾਂ ਨਾਲ ਤਾਲਮੇਲ ਬਣਾਉਂਦੇ, ਕਿਸਾਨਾਂ ਨਾਲ ਤਾਲਮੇਲ ਬਣਾਉਂਦੇ। ਮੇਰੇ ਖਿਆਲ ਸਾਲ ਨਾ ਲੱਗਦਾ। ਇਹ ਮੰਨ ਸਕਦੇ ਵੀ ਅਕਾਲੀ ਦਲ ਦੇ ਜਿੰਨੇ ਵਿਧਾਇਕ ਨੇ ਜਾਂ ਉਹਨਾਂ ਦੇ ਬ੍ਰੇਨ ਵਾਸ਼ ਹੋਏ ਨੇ, ਇਹ ਮੰਨ ਸਕਦੇ ਹੁਣ ਅਸੀਂ? ਬ੍ਰੇਨ ਵਾਸ਼ ਕੀਤੇ ਜਾਂਦੇ ਆ। ਜਿਸ ਮਜੀਠੀਆ ਦਾ ਨਾਮ ਜਿਹੜਾ ਆ ਡਰੱਗ ਮਾਫੀਆ ਵੀ ਉਹਨਾਂ ਦੇ ਉੱਤੇ ਜਿਹੜਾ ਨਾਮ ਲਗਾਇਆ ਗਿਆ ਸੀਗਾ, ਤੁਸੀਂ ਹੁਣ ਉੱਤੇ ਕੀ ਕਹਿਣਾ ਚਾਹੁੰਦੇ ਹੋ ਕਿ ਪਾਰਟੀ ਚੇਂਜ ਹੋਈ ਹੈ ਉਸ ਤੇ ਹੁਣ ਕੀ ਤੁਹਾਡਾ ਸਪਸ਼ਟੀਕਰਨ ਤਾਂ ਨਹੀਂ? ਮੈਂ ਨਹੀਂ ਸਮਝਦਾ ਇਸ ਗੱਲ ਦੇ ਵਿੱਚ ਉਹਨਾਂ ਦਾ ਕੋਈ ਰੋਲ ਹੋ ਸਕਦਾ। ਮੈਂ ਉਹਨਾਂ ਨੂੰ ਮੈਂ ਕਹਾਂ ਜੀ ਅੱਜ ਮੈਂ ਉਹਨਾਂ ਦੇ ਨਾਲ ਨਹੀਂ ਆ ਤਾਂ ਮੈਂ ਉਹਨਾਂ ਨੂੰ ਪੜਨਾ ਚਾਹੂੰਗਾ ਤਾਂ ਹੋ ਨਹੀਂ ਸਕਦਾ। ਸਵਾਲ ਇਹ ਵੀ ਬਣਦਾ ਨਾ ਵੀ ਜਦੋਂ ਵੀ ਬੀਜੇਪੀ ਦੇ ਬਾਹਰ ਹੁੰਦਾ ਕੋਈ ਵੀ ਆਗੂ ਵਿਧਾਇਕ ਹੋਵੇ ਤਾਂ ਉਹ ਖੇਤੀ ਕਾਨੂੰਨਾਂ ਦੇ ਖਿਲਾਫ ਹੁੰਦਾ, ਲੇਕਿਨ ਜਦੋਂ ਬੀਜੇਪੀ ਦੇ ਐਂਟਰ ਕਰ ਜਾਂਦਾ ਹੈ ਉਸ ਤੋਂ ਬਾਅਦ ਉਹ ਸਾਰੇ ਕਾਨੂੰਨ ਜਿਹੜੇ ਆ ਵਾਈਟ ਦੇ ਨਾਲ ਗੁਰਦੀਪ ਸਿੰਘ ਗੋਸ਼ਾ ਪਹਿਲੇ ਦਿਨ ਤੋਂ ਸੀ, ਅੱਜ ਵੀ ਕਿਸਾਨਾਂ ਦੇ ਨਾਲ ਆ। ਜਿੱਥੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦੀ ਲੋੜ ਹੋਗੀ ਹੋ ਜਾਣੇ ਸੀ ਹੱਲ। ਉਸ ਦਿਨ ਜਿਹੜੀ ਰੈਲੀ ਸੀ ਨਾ 5 ਜਨਵਰੀ ਦੀ ਰੈਲੀ ਦੇ ਵਿੱਚ ਹੱਲ ਹੋਣੇ ਸੀ, ਕਈ ਕਰਜ਼ੇ ਮਾਫ ਹੋਣੇ ਸੀ, ਕਈਆਂ ਚੀਜ਼ਾਂ ਹੋਣੀਆਂ ਸੀ। ਕਾਂਗਰਸ ਨੂੰ ਲੱਗਦਾ ਸੀ ਵੀ ਵੋਟਾਂ ਲੈ ਜਾਣਗੇ। ਆ ਹਿੰਦੂ ਆ ਸਿੱਖ ਕੱਢ ਲਓ ਇੱਕ ਅੱਖ ਮੇਰੀ। ਇਹ ਕਹਿੰਦੀ ਅੱਖ ਕਹਿੰਦੀ ਮੈਂ ਜ਼ਿਆਦਾ ਦੇਖਦੀ ਹਾਂ, ਉਹ ਕਹਿੰਦੀ ਮੈਂ ਦੇਖਦੀ ਹਾਂ। ਦੱਸ ਸਕਦੇ ਆਪਾਂ ਬਰਾਬਰ ਆ ਆਪਾਂ ਯਾਰ। ਆਪਾਂ ਦੁਸ਼ਮਣੀਆਂ ਨਾ ਪਾਈਏ, ਆਪਾਂ ਤਰੱਕੀਆਂ ਦੇ ਰਾਹ ਤੇ ਜਾਈਏ। ਸਾਰੀਆਂ ਗੱਲਾਂ ਅਸੀਂ 84 ਦੇ ਨਾਲ ਜੋੜ ਕੇ ਦੱਸ ਦਿੱਤੀਆਂ ਨੇ। ਤੁਹਾਨੂੰ ਇਹ ਵੀ ਪਤਾ ਹੋਣਾ ਵਾ ਵੀ ਭਾਜਪਾ ਸਰਕਾਰ ਜਦੋਂ ਸੀਗੀ, ਜਦੋਂ ਦਿੱਲੀ ਦੇ ਬਰੂਹਾਂ ਵੱਲ ਜਾਣ ਨੂੰ ਕੋਸ਼ਿਸ਼ ਕੀਤੀ ਸੀ ਕਿਸਾਨਾਂ ਦੇ ਵੱਲੋਂ, ਤਾਂ ਉਸ ਵੇਲੇ ਬੈਰੀਕੇਡ ਜਿਹੜੇ ਮੂਹਰੇ ਲਗਾਏ ਗਏ ਸੀ। ਇਸ ਤੋਂ ਤੱਕ ਕਿ ਪੱਤੀਆਂ ਵੀ ਜਿਹੜੀਆਂ ਮੂਹਰੇ ਲਗਾ ਦਿੱਤੀਆਂ ਗਈਆਂ ਸੀ, ਕਿੱਲਾਂ ਲਾਈਆਂ ਗਈਆਂ ਸੀ ਵੀ ਅੱਗੇ ਇਹਨਾਂ ਦੀ ਰੈਲੀ ਨਾ ਹੋ ਸਕੇ ਜਿਹੜੀ ਆ ਦਿੱਲੀ ਵੱਲ ਨੂੰ। ਤਾਂ ਉਹ ਵੀ ਤੁਸੀਂ ਯਾਦ ਰੱਖੋ ਨਾ। ਸਭ ਤੋਂ ਪਹਿਲਾਂ ਦੱਸੋ ਕਿ ਭਾਜਪਾ ਜੁਆਇਨ ਕਰਨ ਦਾ ਤੁਹਾਡਾ ਕਿਵੇਂ ਮਤਲਬ ਬਣ ਗਿਆ ਤੇ ਸ਼੍ਰੋਮਣੀ ਅਕਾਲੀ ਦੇ ਨਾਲ ਕੀ ਤੁਹਾਡੀ ਜਿਹੜੀ ਹੈ ਨਾਰਾਜ਼ਗੀ ਹੋਈ ਹੈ? ਪਾਰਟੀ ਬਦਲੀ ਹੈ, ਸੋਚ ਨਹੀਂ ਬਦਲੀ। ਸੋਚ ਉਹੀ ਹੈ, ਕਰੰਟ ਉਹੀ ਹੈ। ਕਰੰਟ ਅੱਗੇ ਨਾਲ ਵੀ 10 ਗੁਣਾ ਵੱਧ ਗਿਆ। ਕਾਰਨ ਕੀ ਹੈ? ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਹੈ। ਕੁਝ ਗੱਲ ਕਰ ਲੈਣਾ ਵੀ ਜਿਹੜੇ ਕਿਸਾਨ ਅੰਦੋਲਨ ਨੂੰ ਖਤਮ ਹੋਇਆ ਜਾਂ ਫਤਿਹ ਹੋਇਆ ਨੂੰ, ਲੇਕਿਨ ਫਿਰ ਵੀ ਜਿਹੜੇ ਹੈ ਤੁਸੀਂ ਗੱਲ ਕਰਦੇ ਪਿਓ ਵੀ ਜਿਹੜੇ 84 ਦੀਆਂ ਗੱਲਾਂ ਹੁਣ ਕਿਸਾਨ ਅੰਦੋਲਨ ਭੁੱਲ ਜਾਈਏ ਜਿਹੜੇ ਬੀਜੇਪੀ ਦੇ ਵੱਲੋਂ ਪ੍ਰੋਟੈਸਟ ਚਲਾਏ ਗਏ ਸੀਗੇ। ਕੇਂਦਰ ਸਰਕਾਰ ਨਾਲ ਪੁੱਲ ਦਾ ਕੰਮ ਕੌਣ ਕਰਦਾ? ਪੰਜਾਬੀਆਂ ਨੇ ਵੋਟਾਂ ਦੇਤੀਆਂ ਕਾਂਗਰਸ ਨੂੰ, ਸਰਕਾਰ ਬਣ ਗਈ ਕਾਂਗਰਸ ਦੀ। ਪੁੱਲ ਦਾ ਕੰਮ ਕੌਣ ਕਰੂਗਾ ਪੰਜਾਬੀਆਂ ਦੇ ਵਿੱਚ? ਪੰਜਾਬੀਆਂ ਦੀਆਂ ਭਾਵਨਾਵਾਂ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਤੱਕ ਪੁੱਲ ਦਾ ਕੰਮ ਕਰਕੇ ਪਹੁੰਚਾਊਗੀ ਨਾ? ਪਹੁੰਚਾਈ ਨਹੀਂ। ਜਾਖੜ ਸਾਹਿਬ ਨੇ, ਤੁਸੀਂ याद होना, नवजोत सिंह सिद्धू जो प्रधान बने से उन्हें किया सीगा, रावत साहब सोनिया गांधी जी को बता देना कि अगर दिल्ली में सरकार बनानी है तो उसका रास्ता किसानों के रास्ते से जाता है, अगर पंजाब में सरकार बनानी है तो वो रास्ता बेदबी से जाता है। तो इधर रस्ते लभदे हैं, इन्होंने तो रस्ते चाहिए है। जिस मोदी साहब साडे हल कर रहे हैं, मोदी साहब हर साडियां भावनावां समझ रहे हैं, तो फिर भी असीं आपां उन्हां नूं माड़ा कहीए तो फिर ये पंजाबियों दी फितरत नहीं है। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ। ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਵਿਧਾਨ ਸਭਾ ਚੋਣਾਂ ਨਜ਼ਦੀਕ ਨੇ, 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸੇ ਦੌਰਾਨ ਬਹੁਤ ਸਾਰੇ ਆਗੂ ਨੇ ਜਿਹੜੇ ਪਾਰਟੀਆਂ ਦੇ ਉਹ ਆਪਣੀਆਂ ਪਾਰਟੀਆਂ ਜਿਹੜੀਆਂ ਬਦਲ ਰਹੇ ਨੇ। ਤਾਂ ਗੁਰਦੀਪ ਸਿੰਘ ਗੋਸ਼ਾ ਜਿਹੜੇ ਹੈ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ ਜੁਆਇਨ ਕਰਦੇ ਨੇ। ਗੱਲਬਾਤ ਕਰਦੇ ਹਾਂ। ਗੋਸ਼ਾ ਜੀ, ਸਭ ਤੋਂ ਪਹਿਲਾਂ ਦੱਸੋ ਕਿ ਭਾਜਪਾ ਜੁਆਇਨ ਕਰਨ ਦਾ ਤੁਹਾਡਾ ਕਿਵੇਂ ਮਤਲਬ ਬਣ ਗਿਆ ਤੇ ਸ਼੍ਰੋਮਣੀ ਅਕਾਲੀ ਦੇ ਨਾਲ ਕੀ ਤੁਹਾਡੀ ਜਿਹੜੀ ਹੈ ਨਾਰਾਜ਼ਗੀ ਹੋਈ ਹੈ? ਗੁਰਦੀਪ ਜੀ, ਮੈਂ ਪਹਿਲਾਂ ਲੁਧਿਆਣਾ ਟਾਈਮਜ਼ ਦਾ ਬਹੁਤ ਬਹੁਤ ਧੰਨਵਾਦ ਕਰਦਾ, ਸਰੋਤਾਂ ਦਾ ਧੰਨਵਾਦ ਕਰਦਾ, ਕਿਉਂਕਿ ਹਮੇਸ਼ਾ ਮੈਨੂੰ ਪਿਆਰ ਦਿੰਦੇ ਹੋ, ਤੁਸੀਂ ਸੰਗਤਾਂ ਤੱਕ ਮੈਨੂੰ ਲੈ ਕੇ ਜਾਂਦੇ ਹੋ। ਦੇਖੋ, ਪਾਰਟੀ ਬਦਲੀ ਹੈ, ਸੋਚ ਨਹੀਂ ਬਦਲੀ। ਸੋਚ ਉਹੀ ਹੈ, ਕਰੰਟ ਉਹੀ ਹੈ। ਕਰੰਟ ਅੱਗੇ ਨਾਲ ਵੀ 10 ਗੁਣਾ ਵੱਧ ਗਿਆ। ਕਾਰਨ ਕੀ ਹੈ? ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਹੈ। ਆਪਾਂ ਕਾਂਗਰਸ ਦੀ ਸਾਜ਼ਿਸ਼ 'ਚ ਨਹੀਂ ਫਸਣਾ। ਕਾਂਗਰਸ ਦੀ ਸਾਜ਼ਿਸ਼ ਦੇ ਵਿੱਚ 84 ਹੋਈ ਸੀ। ਕਾਂਗਰਸ ਦੀ ਸਾਜ਼ਿਸ਼ ਦੇ ਵਿੱਚ ਗੁਰਦੁਆਰੇ ਢਾਏ ਗਏ ਸੀ। ਕਾਂਗਰਸ ਦੀ ਸਾਜ਼ਿਸ਼ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਗਏ ਸੀ। ਹਿੰਦੂ ਸਿੱਖ ਇੱਕ ਦਾ ਕਾਤਲ ਬਣੀ ਸੀ ਕਾਂਗਰਸ ਸਰਕਾਰ। ਦੁਬਾਰਾ ਉਹੀ ਮੋਲ ਲਿਆਉਣਾ ਚਾਹੁੰਦੀ ਸੀ। ਅਸੀਂ ਉਸ ਮਾਹੌਲ ਦੇ ਪਾਤਰ ਨਹੀਂ ਬਣਨਾ ਚਾਹੁੰਦੇ ਸੀ। ਮੈਂ ਦੇਖੋ ਸੱਚੇ ਦਿਲੋਂ ਪਰਮਾਤਮਾ ਨੂੰ ਆਪਾਂ ਰੋਜ਼ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਨੂੰ ਤਾਕਤ ਦੇਈ, ਆਪਾਂ ਲੋਕਾਂ ਦੀ ਸੇਵਾ 'ਚ ਹਾਜ਼ਰ ਰਹੀਏ। ਤੇ ਫਿਰ ਜੇ ਮੈਨੂੰ ਪ੍ਰੋਬਲਮ ਆਵੇ ਤੇ ਫਿਰ ਮੈਂ ਸਮਝਦਾ ਕਿ ਨਰਿੰਦਰ ਮੋਦੀ ਜੀ ਦੇ ਵੱਲ ਜਦੋਂ ਆਪਾਂ ਝਾਤ ਮਾਰਦੇ ਹਾਂ, ਕਾਲੀ ਸੂਚੀ ਖਤਮ ਕੀਤੀ, ਸੱਜਣ ਕੁਮਾਰ ਨੂੰ ਅੰਦਰ ਕਰਤਾ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਤਾ, ਸਾਹਿਬਜ਼ਾਦਿਆਂ ਦਾ ਦਿਨ ਮਨਾਤਾ। ਯਾਰ ਹਰ ਬੱਚਾ ਪੜੂਗਾ ਕਿ ਸਾਹਿਬਜ਼ਾਦੇ ਕੌਣ ਸੀ। 4 ਸਾਹਿਬਜ਼ਾਦੇ ਪਿਕਚਰ ਆਈ ਸੀ ਨਾ, ਕਿੰਨੀ ਦੁਨੀਆ ਨੇ ਕਿੰਨਾ ਵਿਸ਼ਵਾਸ ਵਧਿਆ ਸੀਗਾ। ਹੁਣ ਜਦੋਂ ਬੱਚਾ ਯੂਪੀ ਦੇ ਵਿੱਚ ਪੜ੍ਹਾਈ ਹੈ, ਲਾਹਨਤ ਹੈ ਪੰਜਾਬ ਸਰਕਾਰ ਤੇ ਕਾਂਗਰਸ ਸਰਕਾਰ ਤੇ ਜਿਹੜੇ ਪੰਜਾਬ ਦੇ ਵਿੱਚ ਪੜ੍ਹਾਈ ਨਹੀਂ ਹੈ। ਇਹ ਸਾਰੇ ਹੁਣ ਸਾਰੀਆਂ ਸਟੇਟਾਂ 'ਚ ਚੱਲੂਗੀ। 28 ਸਟੇਟਾਂ ਹੈ, 8 ਯੂਟੀ ਹੈ, ਸਾਰਿਆਂ 'ਚ ਚੱਲੂਗੀ। ਇਹ ਵੀ ਦੇਖਣ ਨੂੰ ਮਿਲ ਰਿਹਾ, ਤੁਸੀਂ ਗੱਲ ਕਰਦੇ ਹੋ 84 ਦੀ, 84 ਨਹੀਂ ਭੁੱਲੀ ਜਾਊਗੀ। ਕਿਸਾਨ ਅੰਦੋਲਨ ਦੀ ਗੱਲ ਕਰ ਲੈਣ, ਉਹ ਵੀ ਬਹੁਤ ਸਾਰੇ ਲੋਕਾਂ ਨੂੰ ਹਾਲੇ ਤੱਕ ਯਾਦ, ਹਾਲੇ ਕੁਝ ਮਹੀਨੇ ਹੀ ਹੋ ਚੁੱਕੇ ਨੇ। ਕੁਝ ਗੱਲ ਕਰ ਲੈਣ ਵੀ ਜਿਹੜੇ ਕਿਸਾਨ ਅੰਦੋਲਨ ਨੂੰ ਖਤਮ ਹੋਇਆ ਜਾਂ ਫਤਿਹ ਹੋਇਆ ਨੂੰ, ਲੇਕਿਨ ਫਿਰ ਵੀ ਜਿਹੜੇ ਹੈ ਤੁਸੀਂ ਗੱਲ ਕਰਦੇ ਪਿਓ ਵੀ ਜਿਹੜੇ 84 ਦੀਆਂ ਗੱਲਾਂ ਹੁਣ ਕਿਸਾਨ ਅੰਦੋਲਨ ਭੁੱਲ ਜਾਈਏ ਜਿਹੜੇ ਬੀਜੇਪੀ ਦੇ ਵੱਲੋਂ ਪ੍ਰੋਟੈਸਟ ਚਲਾਏ ਗਏ ਸੀਗੇ। ਕੇਂਦਰ ਸਰਕਾਰ ਨਾਲ ਪੁੱਲ ਦਾ ਕੰਮ ਕੌਣ ਕਰਦਾ? ਪੰਜਾਬੀਆਂ ਨੇ ਵੋਟਾਂ ਦੇਤੀਆਂ ਕਾਂਗਰਸ ਨੂੰ, ਸਰਕਾਰ ਬਣ ਗਈ ਕਾਂਗਰਸ ਦੀ। ਪੁੱਲ ਦਾ ਕੰਮ ਕੌਣ ਕਰੂਗਾ ਪੰਜਾਬੀਆਂ ਦੇ ਵਿੱਚ? ਪੰਜਾਬੀਆਂ ਦੀਆਂ ਭਾਵਨਾਵਾਂ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਤੱਕ ਪੁੱਲ ਦਾ ਕੰਮ ਕਰਕੇ ਪਹੁੰਚਾਊਗੀ ਨਾ? ਪਹੁੰਚਾਈ ਨਹੀਂ।
ਉਹਨਾਂ ਨੇ ਤੇ ਕੇਂਦਰ ਨਾਲ ਟਕਰਾਵ ਦੀ ਨੀਤੀ ਬਣਾਈ। ਉਹ ਕਹਿੰਦੇ ਯਾਰ ਬੜੀ ਵਧੀਆ ਗੱਲ ਹੈ, ਆ ਕਿਹਾ ਸੀ ਨਾ ਜਾਖੜ ਸਾਹਿਬ ਨੇ, ਤੁਸੀਂ ਯਾਦ ਹੋਣਾ ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਬਣੇ ਸੀ ਉਹਨੇ ਕੀ किया ਸੀਗਾ, रावत साहब सोनिया गांधी जी को बता देना कि अगर दिल्ली में सरकार बनानी है तो उसका रास्ता किसानों के रास्ते से जाता है, अगर पंजाब में सरकार बनानी है तो वो रास्ता बेदबी से जाता है। तो इधर रस्ते ਲੱਭਦੇ ਆ, ਇਹਨਾਂ ਨੂੰ ਤਾਂ ਰਸਤੇ ਚਾਹੀਦੇ ਆ। ਅਸੀਂ ਰਸਤੇ ਨਹੀਂ ਬਣਨਾ, ਅਸੀਂ ਆਪਣੇ ਮੁੱਦਿਆਂ ਤੇ ਹੱਲ ਕਰਾਣੇ ਆ। ਅੱਜ ਮੋਦੀ ਸਾਹਿਬ ਸਾਡੇ ਹੱਲ ਕਰ ਰਹੇ ਆ, ਮੋਦੀ ਸਾਹਿਬ ਹਰ ਸਾਡੀਆਂ ਭਾਵਨਾਵਾਂ ਸਮਝ ਰਿਹਾ, ਤੇ ਫਿਰ ਵੀ ਅਸੀਂ ਆਪਾਂ ਉਹਨਾਂ ਨੂੰ ਮਾੜਾ ਕਹੀਏ ਤੇ ਫਿਰ ਇਹ ਪੰਜਾਬੀਆਂ ਦੀ ਫਿਤਰਤ ਨਹੀਂ ਹੈ। ਬਿਕਰਮਜੀਤ ਸਿੰਘ ਮਜੀਠੀਆ ਤੁਹਾਡੇ ਬਹੁਤ ਕਰੀਬੀ ਰਹੇ ਨੇ, ਤਾਂ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਜਿਹੜਾ ਆ ਡਰੱਗ ਮਾਫੀਆ ਵੀ ਉਹਨਾਂ ਦੇ ਉੱਤੇ ਜਿਹੜਾ ਨਾਮ ਲਗਾਇਆ ਗਿਆ ਸੀਗਾ, ਤੁਸੀਂ ਹੁਣ ਉਹ 'ਤੇ ਕੀ ਕਹਿਣਾ ਚਾਹੁੰਦੇ ਹੋ ਕਿ ਪਾਰਟੀ ਚੇਂਜ ਹੋਈ ਹੈ ਜਾਂ ਉਸ 'ਤੇ ਹੁਣ ਕਿ ਤੁਹਾਡਾ ਸਪਸ਼ਟੀਕਰਨ ਤਾਂ ਨਹੀਂ ਮੈਂ ਨਹੀਂ ਸਮਝਦਾ ਇਸ ਗੱਲ ਦੇ ਵਿੱਚ ਉਹਨਾਂ ਦਾ ਕੋਈ ਰੋਲ ਹੋ ਸਕਦਾ। ਮੈਂ ਉਹਨਾਂ ਨੂੰ ਮੈਂ ਕਹਾਂ ਜੀ ਅੱਜ ਮੈਂ ਉਹਨਾਂ ਦੇ ਨਾਲ ਨਹੀਂ ਆ ਤਾਂ ਮੈਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰਦਾ, ਹੋ ਨਹੀਂ ਸਕਦਾ। ਪਰ ਹੁਣ ਜ਼ਿਆਦਾ ਮੈਂ ਬਿਆਨਬਾਜ਼ੀ ਤਾਂ ਨਹੀਂ ਕਰ ਸਕਦਾ, ਕੋਰਟ 'ਚ ਹੈ, ਪ੍ਰੋਟੈਸਟ ਕਰਦੇ ਰਹੇ ਉਹਨਾਂ ਲਈ, ਕੋਰਟ ਦੇ ਵਿੱਚ ਹੈ, ਕੋਰਟ ਦੇ ਵਿੱਚ ਸੱਚ ਝੂਠ ਆ ਜਾਊਗਾ। ਮੈਂ ਇਸ ਚੀਜ਼ ਦਾ ਭਾਗੀਦਾਰ ਨਹੀਂ ਬਣਨਾ ਚਾਹੁੰਦਾ, ਪਰ ਮੈਂ ਚਾਹੁੰਦਾ ਵੀ ਐਵੇਂ ਕਿਸੇ ਤੇ ਦੂਸ਼ਣਬਾਜ਼ੀ ਕਰਕੇ ਚਿੱਕੜ ਨਾ ਪਾਓ, ਉਹਨਾਂ ਦੀ ਕਮਜ਼ੋਰੀ ਕੱਢੋ ਵੀ ਉਹਨਾਂ ਨੇ ਕੰਮ ਕਿਹੜੇ ਨਹੀਂ ਕੀਤੇ, ਉੱਤੇ ਤਾਂ ਕੰਮ ਕਰਨਾ ਚਾਹੀਦਾ, ਪਰ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ। ਇਹ ਵੀ ਦੇਖਣ ਨੂੰ ਮਿਲਿਆ ਸੀਗਾ ਜਦੋਂ ਖੇਤੀ ਕਾਨੂੰਨ ਆਏ ਸੀਗੇ ਤਾਂ ਉਸ ਵੇਲੇ ਤੁਸੀਂ ਬਹੁਤ ਪ੍ਰੋਟੈਸਟ ਕੀਤੇ ਸੀਗੇ ਬੀਜੇਪੀ ਦੇ ਖਿਲਾਫ, ਭਾਜਪਾ ਦੇ ਖਿਲਾਫ, ਤੁਸੀਂ ਵੀ ਬਹੁਤ ਅੱਗੇ ਆਏ ਸੀਗੇ। ਕਾਂਗਰਸ ਦੀ ਇੱਕ ਸਾਜ਼ਿਸ਼ ਸੀਗੀ, ਅਕਾਲੀ ਦਲ 'ਚ ਸੀ ਤੁਸੀਂ, ਸਾਡਾ ਮਾਈਂਡ ਵਾਇਸ਼ ਹੋ ਗਿਆ ਸੀਗਾ। ਸਤਾਪ ਕਹਿੰਦੇ ਆ, ਸਾਨੂੰ ਚਾਹੀਦਾ ਸੀ ਅਸੀਂ ਬੈਠਦੇ, ਸਾਡੀ ਕਮਜ਼ੋਰੀ ਰਹੀ ਹੈ, ਅਸੀਂ ਤਾਂ ਭਾਗੀਦਾਰ ਰਹੇ ਉਹਨਾਂ ਦੇ ਨਾਲ, ਸਾਡੀ ਕਮਜ਼ੋਰੀ ਰਹੀ, ਅਸੀਂ ਜਾ ਕੇ ਬੈਠ ਕੇ ਉਹਨਾਂ ਨਾਲ ਤਾਲਮੇਲ ਬਣਾਉਂਦੇ, ਕਿਸਾਨਾਂ ਨਾਲ ਤਾਲਮੇਲ ਬਣਾਉਂਦੇ। ਮੇਰੇ ਖਿਆਲ ਸਾਲ ਨਾ ਲੱਗਦਾ। ਇਹ ਮੰਨ ਸਕਦੇ ਵੀ ਅਕਾਲੀ ਦਲ ਦੇ ਜਿੰਨੇ ਵਿਧਾਇਕ ਨੇ ਜਾਂ ਉਹਨਾਂ ਦੇ ਬ੍ਰੇਨ ਵਾਸ਼ ਹੋਏ ਨੇ, ਇਹ ਮੰਨ ਸਕਦੇ ਹੁਣ ਅਸੀਂ? ਬ੍ਰੇਨ ਵਾਸ਼ ਕੀਤੇ ਜਾਂਦੇ ਆ, 84 ਦੇ ਵਿੱਚ ਨਹੀਂ ਕੀਤੇ ਗਏ। ਇੰਨਾ ਕੁਝ ਕਰਨ ਦੇ ਬਾਵਜੂਦ, ਇੰਨਾ ਕਤਲੇਆਮ ਦੇ ਬਾਵਜੂਦ ਸਰਕਾਰ ਕਿੱਦਾਂ ਬਣ ਗਈ? ਝੂਠੀਆਂ ਸੌਹਾਂ ਬਣਾਇਆ ਪੀਕੇ ਨੇ, ਰਾਹੁਲ ਗਾਂਧੀ, ਸੋਨੀਆ ਗਾਂਧੀ ਨੇ ਕਿਹਾ ਵੀ ਝੂਠੀਆਂ ਸੌਹਾਂ ਖਾ ਲਓ, ਬ੍ਰੇਨ ਵਾਸ਼ ਹੋਏ ਨਹੀਂ ਸਾਡੇ। ਇੱਕ ਸਵਾਲ ਇਹ ਵੀ ਬਣਦਾ ਨਾ ਵੀ ਜਦੋਂ ਵੀ ਬੀਜੇਪੀ ਦੇ ਬਾਹਰ ਹੁੰਦਾ ਕੋਈ ਵੀ ਆਗੂ ਵਿਧਾਇਕ ਹੋਵੇ ਤਾਂ ਉਹ ਖੇਤੀ ਕਾਨੂੰਨਾਂ ਦੇ ਖਿਲਾਫ ਹੁੰਦਾ, ਲੇਕਿਨ ਜਦੋਂ ਬੀਜੇਪੀ ਦੇ ਐਂਟਰ ਕਰ ਜਾਂਦਾ ਹੈ ਉਸ ਤੋਂ ਬਾਅਦ ਉਹ ਸਾਰੇ ਕਾਨੂੰਨ ਜਿਹੜੇ ਆ ਵਾਈਟ ਹੋ ਦੇ ਨਾਲ ਗੁਰਦੀਪ ਸਿੰਘ ਗੋਸ਼ਾ ਪਹਿਲੇ ਦਿਨ ਤੋਂ ਸੀ, ਅੱਜ ਵੀ ਕਿਸਾਨਾਂ ਦੇ ਨਾਲ ਆ। ਜਿੱਥੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦੀ ਲੋੜ ਹੋਗੀ, ਹੋ ਜਾਣੇ ਸੀ ਹੱਲ। ਉਸ ਦਿਨ ਜਿਹੜੀ ਰੈਲੀ ਸੀ ਨਾ 5 ਜਨਵਰੀ ਦੀ ਰੈਲੀ ਦੇ ਵਿੱਚ ਹੱਲ ਹੋਣੇ ਸੀ, ਕਈ ਕਰਜ਼ੇ ਮਾਫ ਹੋਣੇ ਸੀ, ਕਈਆਂ ਚੀਜ਼ਾਂ ਹੋਣੀਆਂ ਸੀ। ਕਾਂਗਰਸ ਨੂੰ ਲੱਗਦਾ ਸੀ ਵੀ ਵੋਟਾਂ ਲੈ ਜਾਣਗੇ, ਵੋਟਾਂ ਦੀ ਰਾਜਨੀਤੀ ਨਾ ਕਰੋ ਯਾਰ। ਹਰ ਇੱਕ ਦੀ ਜਿਹੜੀ ਜ਼ਿੰਮੇਵਾਰ ਉਹ ਕਾਂਗਰਸ ਸਰਕਾਰ ਮੰਨੀ ਜਾ ਸਕਦੀ ਤਾਂ ਹੈਗਾ ਹੀ ਹੈ, ਜਨਨੀ ਹੈ। ਇੱਕ ਚੀਜ਼ ਦੱਸੋ ਗੁਰਦੀਪ ਜੀ, ਜਿਹੜਾ ਟੈਂਕੀ ਚੜਾ ਦੇਵੇ ਗੁਰਦੁਆਰਿਆਂ ਤੇ, ਜਿਹੜਾ ਹਿੰਦੂ ਸਿੱਖ ਏਕਤਾ ਦੇ ਵਿੱਚ ਕਾਤਲ ਹੀ ਬਣ ਜਾਵੇ, ਆਹ ਦੋ ਅੱਖਾਂ, ਆਹ ਹਿੰਦੂ ਆ ਸਿੱਖ, ਕੱਢ ਲਓ ਇੱਕ ਅੱਖ ਮੇਰੀ। ਇਹ ਕਹਿੰਦੀ ਅੱਖ, ਆਹ ਅੱਖ ਕਹਿੰਦੀ ਮੈਂ ਜ਼ਿਆਦਾ ਦੇਖਦੀ ਹਾਂ, ਉਹ ਕਹਿੰਦੀ ਮੈਂ ਦੇਖਦੀ ਹਾਂ। ਦੱਸ ਸਕਦੇ ਆਪਾਂ ਬਰਾਬਰ ਆ ਆਪਾਂ ਯਾਰ, ਆਪਾਂ ਦੁਸ਼ਮਣੀਆਂ ਨਾ ਪਾਈਏ, ਆਪਾਂ ਤਰੱਕੀਆਂ ਦੇ ਰਾਹ ਤੇ ਜਾਈਏ। ਸਾਰੀਆਂ ਗੱਲਾਂ ਅਸੀਂ 84 ਦੇ ਨਾਲ ਜੋੜ ਕੇ ਦੱਸ ਦਿੱਤੀਆਂ ਨੇ। ਤੁਹਾਨੂੰ ਇਹ ਵੀ ਪਤਾ ਹੋਣਾ ਵਾ ਵੀ ਭਾਜਪਾ ਸਰਕਾਰ ਜਦੋਂ ਸੀਗੀ, ਜਦੋਂ ਦਿੱਲੀ ਦੇ ਬਰੂਹਾਂ ਵੱਲ ਜਾਣ ਨੂੰ ਕੋਸ਼ਿਸ਼ ਕੀਤੀ ਸੀ ਕਿਸਾਨਾਂ ਦੇ ਵੱਲੋਂ, ਤਾਂ ਉਸ ਵੇਲੇ ਬੈਰੀਕੇਡ ਜਿਹੜੇ ਮੂਹਰੇ ਲਗਾਏ ਗਏ ਸੀ, ਇਸ ਤੋਂ ਤੱਕ ਕਿ ਪੱਤੀਆਂ ਵੀ ਜਿਹੜੀਆਂ ਮੂਹਰੇ ਲਗਾ ਦਿੱਤੀਆਂ ਗਈਆਂ ਸੀ, ਕਿੱਲਾਂ ਲਾਈਆਂ ਗਈਆਂ ਸੀ ਵੀ ਅੱਗੇ ਇਹਨਾਂ ਦੀ ਰੈਲੀ ਨਾ ਹੋ ਸਕੇ ਜਿਹੜੀ ਆ ਦਿੱਲੀ ਵੱਲ ਨੂੰ, ਤਾਂ ਉਹ ਵੀ ਤੁਸੀਂ ਯਾਦ ਰੱਖੋ ਨਾ। ਉਹ ਸਿਕਿਉਰਿਟੀ ਦਾ ਮਾਮਲਾ ਆ, ਉਹ ਸਿਕਿਉਰਿਟੀ ਵਾਲੇ ਦੇਖਣਗੇ ਕੀ ਕਰਨਾ। ਪਰ ਮੈਨੂੰ ਇਹ ਦੱਸੋ, ਇੱਕ ਪਾਸੇ ਤਾਂ ਕਿਸਾਨੀ ਬਿੱਲ ਵਾਪਸ ਲੈ ਲਿੱਤੇ ਗਏ, ਮੋਦੀ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਸਾਰੇ ਪੰਜਾਬ ਦੇ ਕਿਸਾਨਾਂ ਤੋਂ ਇਸ ਗੱਲ ਦੀ ਰਿਅਲਾਈਜ਼ ਕਰਦਾ ਕਿ ਉਹਨਾਂ ਦੀ ਮੈਂ ਆਪਣੀ ਗੱਲ ਉਹਨਾਂ ਤੱਕ ਨਹੀਂ ਪਹੁੰਚਾ ਪਾਇਆ। ਕਿਉਂ ਨਹੀਂ ਪਹੁੰਚਾ ਪਾਏ? ਕਿਉਂਕਿ ਵਿੱਚ ਸਰਕਾਰਾਂ ਦੇ ਬੈਰੀਕੇਡ ਸੀਗੇ, ਉਹ ਪਹੁੰਚਾ ਨਹੀਂ ਪਾਏ। ਇੱਕ ਪਾਸੇ ਜਿਹੜੇ ਤੋਪਾਂ ਚੜਾਉਣ ਵਾਲੇ ਬੰਦੇ, ਕਦੀ ਮੂੰਹ 'ਚ ਮਾਫੀ ਨਿਕਲੀ ਹੈ? ਛੱਡੋ, ਇਹ ਕਹਿੰਦੇ ਕਾਂਗਰਸ ਨਹੀਂ ਸੀਗੀ। ਸੱਜਣ ਕੁਮਾਰ ਕੌਣ ਸੀਗਾ? ਉਹ ਕਾਂਗਰਸੀ ਨਹੀਂ ਸੀਗਾ। ਫਿਰ ਸ਼ਰਮ ਆਉਣੀ ਚਾਹੀਦੀ ਹੈ। ਸਵਾਲ ਇਹ ਵੀ ਮੇਰਾ ਹੋਰ ਬਣਦਾ ਆ, ਜਿਵੇਂ ਹੁਣ ਤੁਸੀਂ ਦੇਖਦੇ ਹੋ ਕਿ ਜਿਹੜੇ ਜਿੰਨੇ ਵੀ ਬੀਜੇਪੀ ਦੇ ਵਿੱਚ ਜੁਆਇਨ ਕੀਤੇ ਨੇ, ਬਰਾੜ ਸਾਹਿਬ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਪਹਿਲਾਂ ਉਹ ਵੀ ਅਕਾਲੀ ਦਲ ਦੇ ਵਿੱਚ ਸੀਗੇ, ਤਾਂ ਜਦੋਂ ਜਾਂਦੇ ਉਹਨਾਂ ਨੂੰ ਵਾਈਫ ਪਲੱਸ ਸਿਕਿਉਰਿਟੀ ਜਿਹੜੀ ਮਿਲ ਜਾਂਦੀ ਹੈ, ਕਿ ਤੁਹਾਨੂੰ ਇਹ ਤਾਂ ਨਹੀਂ ਹੈਗਾ ਕਿ ਕਿਸ ਤਰੀਕੇ ਨਾਲ ਤੁਸੀਂ ਬਿਆਨ ਦੇ ਰਹੇ ਹੋ ਤੁਹਾਨੂੰ ਵੀ ਸਿਕਿਉਰਿਟੀ ਮਿਲ ਜਾਊਗੀ, ਤੁਸੀਂ ਵੀ ਭਾਜਪਾ ਦੇ ਵਿੱਚ ਰਹਿ ਕੇ? ਹੀਰੇ ਮਨਜਿੰਦਰ ਸਿੰਘ ਸਿਰਸਾ ਜੀ, ਚੰਗੇ ਹੀਰੇ ਪਰਮਿੰਦਰ ਸਿੰਘ ਬਰਾੜ ਜੀ, ਉਹਨਾਂ ਨੂੰ ਸਿਕਿਉਰਿਟੀ ਵੀ ਮਿਲੀ ਸਿੰਘ ਜੱਲਾ ਜੀ। ਸਿਕਿਉਰਿਟੀ ਇਹ ਮੈਟਰ ਹੈ ਯਾਰ, ਸਿਕਿਉਰਿਟੀ ਦਾ ਮੈਟਰ ਨਹੀਂ ਹੈਗਾ। ਕਿੰਨੇ ਬੰਦੇ ਐਸਜੀਪੀਸੀ ਦੇ ਮੈਂਬਰ ਵੀ ਚਲੇ ਗਏ, ਹੋਰ ਵੀ ਜਾ ਰਹੇ ਆ, ਲਿਸਟ ਬੜੀ ਲੰਬੀ ਜੇ। ਉਹ ਇਸ ਕਰਕੇ ਜਾ ਰਿਹਾ ਕਿਉਂਕਿ ਹਰ ਬੰਦਾ ਦੇਖੋ, ਜਿਹੜਾ ਤਾਂ ਅੱਜ ਸਿਆਣਾ ਬੰਦਾ ਉਹ ਇਹ ਕਹੂਗਾ ਕਿ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ, ਡੋਬਣਾ ਨਹੀਂ ਹੈਗਾ। ਕਰਾਂਗੇ, ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਸੋ ਦਰੀ ਅਪਡੇਟਸ ਜੁੜੋ ਦਾ ਟਾਈਮਸ ਨਾਲ। ਕੈਮਰਾਮੈਨ ਸਤਾਤ ਮੈਂ ਤੁਹਾਡੇ ਨਾਲ ਕੁਲਦੀਪ ਸਿੰਘ ਲੰਮੇ ਲੁਧਿਆਣਾ।